काफड़े ने लोकां दे काफड़े 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 उजड़े ने लोकां दे काफड़े उजड़े ने लोकां दे काफड़े पगडंडियां चूहां दियां पिंडां खूहां दियां पगडंडियां चूहां दियां पिंडां खूहां दियां महकां रूहां दियां महकां रूहां दियां रूहां दियां ये लुटा के चले सब गवा के चले अपने लहू नू अपने लहू तो बचा के चले काफड़े काफड़े उजड़े ने लोकां दे काफड़े ਵੱਢਣਾ ਹੀ ਨਹੀਂ ਇਹ ਤਾਂ ਘਰੇ ਵਸਾਉਣ ਵਾਲੀ ਚੀਜ਼ ਹੈ। ਓਏ ਆ ਚੱਕ ਤੇ ਲੈ ਜਾ ਮੇਰਾ ਮੈਨੂੰ ਜਾਣ ਤੇ ਵੀਰ ਬਣ ਕੇ ਮੈਂ ਵਿਆਹੀ ਬਣੀ ਆ ਮੈਂ ਇੱਕ ਬੱਚੇ ਦੀ ਮਾਂ ਵੀ ਆ ਮੇਰੇ ਤੇ ਤਰਸ ਕਰ ਮੈਂ ਤੇਰੇ ਭੇੜਾ ਵਰਗੀ ਆ ਉਹ ਬਕਵਾਸ ਬੰਦ ਕਰ ਇਹ ਤਾਂ ਤੇਰੇ ਤੇ ਮੇਰਾ ਦਿਲ ਆ ਗਿਆ ਨਹੀਂ ਤਾਂ ਤੂੰ ਹੁਣ ਤੱਕ ਕਿਸੇ ਖੂਖਾ ਤੇ ਬਹਿਣਾ ਸੀ ਚੁੱਪ ਕਰਕੇ ਮੇਰੇ ਨਾਲ ਤੁਰ ਪੈ ਮੈਂ ਇੱਕ ਵਾਰੀ ਕਿਹਾ ਤਾਂ ਨਾ ਮੈਂ ਨਹੀਂ ਜਾਣਾ ਤੇਰੇ ਨਾਲ ਮੇਰੀ ਨਰਜੀ ਨਾਲ ਨਜਾਇਜ਼ ਫਾਇਦਾ ਚੁੱਕਦੀਆਂ ਪਿਆਰ ਨਾਲ ਨਾ ਸਹੀ ਤਾਂ ਇੰਜੀ ਸਹੀ ਮੈਨੂੰ ਜਾਣ ਤੇ ਵੀਰ ਬਣ ਕੇ ਮੇਰੇ ਨਾਲ ਇੱਥੇ ਨਾ ਕਰ ਮੈਨੂੰ ਜਾਣ ਦੇ ਚੱਲ ਚੱਲੀਏ ਉਹ ਤੋਂ ਕੀ ਲੁੱਟੋ ਹਾਂ ਚੱਲ ਚੱਲੀਏ ਨਹੀਂ ਹੋਇਆ ਮੇਰੇ ਨਾਲ ਉਹ ਨਾ ਹੱਲਿਆ ਵੇਲੇ ਜਿਸ ਨੂੰ ਤੁਸੀਂ ਲੋਕ ਆਜ਼ਾਦੀ ਆਖਦੇ ਹੋ ਮੁਲਕਾਂ ਦੇ ਸਿਆਸਤਦਾਨਾਂ ਨੇ ਖੇਡ ਵਿੱਚ ਇੱਕ ਮੁਲਕ ਦੇ ਜਿਸਮ ਤੇ ਲਕੀਰਾਂ ਲਾ ਦਿੱਤੀਆਂ ਲਕੀਰਾਂ ਦੀਆਂ ਨੀਲੀਆਂ ਲਾਸ਼ਾਂ ਤੇ ਲਾਸ਼ਾਂ ਦੇ ਢੇਰ ਲੱਗਦੇ ਗਏ ਅਸੀਂ ਰਾਤੋਂ ਰਾਤ ਹਿੰਦੁਸਤਾਨੀ ਤੇ ਪਾਕਿਸਤਾਨੀ ਬਣ ਗਏ ਅਸੀਂ ਪੰਜਾਬੀ ਸਾਂ ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੋਣ ਵਾਲੇ ਪਰ ਰਾਤੋਂ ਰਾਤ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ਇੱਕ ਦੂਜੇ ਦੀ ਇੱਜ਼ਤ ਦੇ ਦੁਸ਼ਮਣ ਮੇਰਾ ਸਭ ਕੁਝ ਉਜਾੜਦਾ ਤੁਹਾਡੀ ਇਸ ਆਜ਼ਾਦੀ ਨੇ ਮੇਰਾ ਖਾਵਨ ਮੇਰਾ ਬੱਚਾ ਮੇਰੀਆਂ ਖੁਆਇਸ਼ਾਂ ਮੇਰੀਆਂ ਸਦਰਾਂ ਸਭ ਕੁਝ ਪਰ ਮੈਂ ਤਾਂ ਇੱਕ ਔਰਤ ਹਾਂ, ਮਿੱਟੀ ਜੋ ਹੋਈ ਜਿਸ ਨੂੰ ਅੱਲਾ ਜਾਂ ਵਾਹਿਗੁਰੂ ਨਹੀਂ ਇਸ ਦੁਨੀਆ ਦੇ ਮਰਦ ਗੁਣਦੇ ਘੜਦੇ ਤੇ ਤਰਾਸ਼ਦੇ ਨੇ ਜਾਨੂ ਦਰਦਿਆ ਮੁੱਤਰਾ ਮੈਂ ਤੇਰੀ ਮਾਂ ਨੇ ਖਾਦੀ ਖੀਰ ਕੰਦੀ ਚਾਨਣ ਹੋ ਗਿਆ ਜਾਂ ਜਗ ਵਿੱਚ ਪੈ ਗਿਆ ਸੀਰ ਆਪਣੇ ਪਰਿਵਾਰ ਤੇ ਬੱਚੇ ਦੇ ਵਿਜੋਗ 'ਚ ਡੁੱਬੀ ਮੈਂ ਕਦੋਂ ਮੁਸਲਮਾਨ ਤੋਂ ਸਿੱਖ ਬਣੀ ਤੇ ਕਦੋਂ
ਮਸੱਲਾ ਦਾ ਜਿਸਨੇ ਵਿੱਚ ਮੇਰਾ ਕਸੂਰ ਹੋ ਕੇ ਮੈਨੂੰ ਧਰਮਾ ਦੇ ਦਿੰਦਾ। ਹੁਣ ਤਾਂ ਇਹੀ ਮੇਰੀ ਜ਼ਿੰਦਗੀ ਦਾ ਸਹਾਰਾ ਹੈ। ਮੇਰੇ ਧਰਮੇ ਨੂੰ ਤਸਮਈ ਬਹੁਤ ਪਸੰਦ ਹੈ। ਜਦੋਂ ਪੜ ਕੇ ਆਵੇਗਾ ਤਾਂ ਆਪਣੇ ਹੱਥਾਂ ਨਾਲ ਖਵਾਵਾਂਗੀ। ਬੇੜਾ ਕਰਕੇ ਹਾਏ ਅੱਲਾ ਜ਼ਰਾ ਗੌਰ ਨਾਲ ਜੀ। ਆ ਚੁਗਾੜ ਦਾ ਫਸਤਾ ਤਾਂ ਵੱਟਣਾ ਹੀ ਪਊ। ਰੋਜ਼ ਅੜਕੜ ਘੜੀ ਕੀਦਾ ਓਏ ਅੱਜ ਹੀ ਇਹਦਾ ਕੰਮ ਨਿਬੇੜ ਦਿੰਨਾ ਕਿਤੇ ਹੋਰ ਨਾ ਕੋਈ ਚਾਹ ਜਾਂਦੀ ਹੋ ਜੇ। ਨੱਥਾ ਸਿਆ ਮੁੜਿਆ ਵੀ। ਓਹੋ ਮੈਂ ਤਾਂ ਭੁੱਲ ਹੀ ਗਿਆ। ਰਾਜੋ ਮੱਲਮ ਵਾਲੀ ਡੱਬੀ ਕਿੱਥੇ ਹੈ? ਮੱਲਮ ਵਾਲੀ ਡੱਬੀ ਉਹ ਤਾਂ ਆ ਪਈ ਆ ਵਾਲੇ ਵਿੱਚ। ਕੱਲ ਧਰਮਾ ਡੱਬੀ ਨਾਲ ਖੇਡਾਂ ਪਿਆ ਖੇਡਦਾ ਸੀ। ਮਸਾ ਉਸ ਤੋਂ ਛਪਾ ਕੇ ਉਹਨੇ ਰੱਖੀ ਹੈ। ਇਹਦੀ ਕੀ ਜ਼ਰੂਰਤ ਪੈਗੀ? ਆ ਬਾਹਰ ਚੌਧਰੀ ਦਾ ਕੰਮ ਆ ਖੜਾ ਹੈ। ਕਹਿੰਦਾ ਚੌਧਰੀ ਸਾਹਿਬ ਦੀ ਅੰਮੀ ਦੇ ਗੋਡੇ ਦਰਦ ਕਰਨ ਲੱਗ ਪਏ ਨੇ, ਉਹਨੂੰ ਬੁਲਾ ਕੇ ਆਉਣਾ। ਅੰਮੀ? ਮੇਰਾ ਗਫੂਰ ਵੀ ਮੈਨੂੰ ਅੰਮੀ ਆਖਦਾ ਹੁੰਦਾ ਸੀ। ਅੰਮੀ ਜਾਨ ਗਫੂਰ ਅੰਮੀ 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 ਗਫੂਰ 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 ਮੈਂ ਨਹੀਂ ਤੇਰੇ ਨਾਲ ਲੱਭੀ ਕਰਨੀ। ਗਫੂਰ ਤੂੰ ਮੈਨੂੰ ਖਿਡਾਉਣਾ ਹੀ ਨਾ ਲੈ ਕੇ ਦੇ। ਗਫੂਰ ਤੇਰੀ ਗੱਲ ਤਾਂ ਸੁਣ। ਗਫੂਰ ਮੈਂ ਅੱਬੂ ਨੂੰ ਦੱਸੂਗਾ ਮੇਰੀ ਤੇਰੇ ਨਾਲ ਕੱਟੀ ਕੱਟੀ ਕੱਟੀ। ਗਫੂਰ 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 ਬਿਰਖ ਦੇਗੇ ਥਾਮ ਕੇ ਨਿਛਾਵਾਂ ਰੋਂਦੀਆਂ ਮੋਏ ਜਿਨ੍ਹਾਂ ਦੇ ਪੁੱਤ ਸੀ ਉਹ ਮਾਵਾਂ ਨੇ ਰੋਂਦੀਆਂ। ਬੇੜਾ ਕਰਕੇ ਰਾਜੋ ਰਾਜੋ ਜੀ ਕੀ ਹੋਇਆ ਰਾਜੋ? ਕੁਝ ਨਹੀਂ ਕੁਝ ਨਹੀਂ ਫੇਰ ਦੁਸ਼ਕਨ ਕਾ ਲੱਗ ਪਈ? ਕੁਝ ਨਹੀਂ ਬਸ। ਉਹ ਬੇਬੇ ਨੇ ਕੁਝ ਕਿਹਾ? ਨਹੀਂ ਫਿਰ ਘੜੀ ਚ ਕੀ ਹੱਥ ਪੈਗੀ? ਹੁਣ ਤਾਂ ਚੰਗੀ ਭੈਣੀ ਸੀ। ਕੁਝ ਨਹੀਂ ਬਸ। ਉਹ ਤਾਂ ਮੈਨੂੰ ਮੇਰਾ ਕਪੂਰ ਯਾਦ ਆ ਗਿਆ ਸੀ। ਕਪੂਰ ਅੱਜ ਫੇਰ ਤੇ ਆ ਕੇ ਤੈਨੂੰ ਪਹਿਲਾਂ ਨਾ ਮਰਿਆ ਮੁੱਕਿਆ। ਉਹ ਵੀ ਮੈਨੂੰ ਅੰਮੀ ਆਖਦਾ ਹੁੰਦਾ ਸੀ। ਓਏ ਅੱਜ 10 ਵਜੇ ਹੋ ਗਏ ਤੈਨੂੰ ਇਸ ਘਰੇ ਵਸਦੀ ਨੂੰ। ਇੱਥੇ ਆ ਕੇ ਜੰਮਿਆ ਧਰਮਾਂ ਦਾ ਤੇਰੇ ਚੇਤੇ ਨਹੀਂ ਰਹਿੰਦਾ। ਤੇ ਕੋ ਹੈ ਤੇਰਾ ਮੁਸਲਾ ਪੁੱਤ ਜਿਹੜਾ ਤੈਨੂੰ ਕਦੇ ਭੁੱਲਦੇ ਨਹੀਂ। ਹੁਣ ਤਾਂ ਕਦੇ ਕਦਾਈ ਯਾਦ ਆਉਂਦਾ ਹੈ। ਬੜੇ ਸ਼ਿਮਾਈ ਜਦੋਂ ਮੇਰੇ ਤੋਂ ਨਿਕਲਿਆ ਸੀ ਉਦੋਂ ਤਾਂ ਹਰ ਪਲ ਹਰ ਘੜੀ ਯਾਦ ਆਉਂਦਾ ਸੀ। ਉਹਨਾਂ ਦਿਨਾਂ ਵਿੱਚ ਮੈਨੂੰ ਕਪੂਰ ਤੋਂ ਬਿਨਾ ਹੋਰ ਕੁਝ ਨਹੀਂ ਸੀ ਸੋਚਦਾ। ਆਹੋ ਮੇਰੇ ਸਿਆਪੇ ਕਰਨੇ ਸੋਚਦੇ ਸੀ ਤੈਨੂੰ। ਪੁੱਤ ਦਾ ਤਾਂ ਬਹਾਨੇ ਲਾਉਂਦੀ ਸੀ। ਮੈਨੂੰ ਜਦ ਵੀ ਕਪੂਰ ਦੀ ਯਾਦ ਆਉਂਦੀ ਨਾਲ ਇਹ ਵੀ ਯਾਦ ਆਉਂਦਾ ਕਿ ਤੂੰ ਹੀ ਮੈਨੂੰ ਉਦੋਂ ਛੋੜਨ ਵਾਲਾ। ਬਸ ਆਹੀ ਭੁੱਲ ਰਹੇਗੀ। ਜਦੋਂ ਮੈਂ ਤੈਨੂੰ ਚੱਕ ਕੇ ਲਿਆਇਆ ਸੀ ਉਹ ਤੇਰੇ ਪੁੱਤ ਨੂੰ ਵੀ ਨਾਲ ਹੀ ਚੱਕ ਲਿਆਉਂਦਾ ਨਾ ਤਾਂ ਵੀ ਘੱਟ ਦਾ ਸੌਦਾ ਨਹੀਂ ਸੀ ਹੋਣਾ। ਸਾਲਾ ਅੱਜ ਮੇਰਾ ਗੱਡਾ ਤਾਕਦਾ। ਪਰ ਮੇਰੇ ਨਾਲ ਇੱਜ਼ਤ ਛੋੜ ਕੇ ਮਾਰੇ ਉੱਤੇ ਤੇ ਕਤਲ ਦਾ ਨਾ ਕਰਦਾ। ਉਹ ਸੱਚੀ ਗੱਲ ਤਾਂ ਇਹ ਭਲੀ ਲੋਕੇ ਉਦੋਂ ਬਸ ਮੈਨੂੰ ਇੱਕ ਮੁਸਲੀ ਚੱਕਣ ਦਾ ਖਿਆਲ ਸੀ ਹੋਰ ਕਾਸੇ ਦੀ ਸੁਰਤ ਨਹੀਂ ਸੀ ਰਹੀ। ਪਰ ਜਦੋਂ ਤੂੰ ਮੈਨੂੰ ਖਿੱਚ ਕੇ ਲੈ ਤੁਰਿਆ ਸੀ ਤਾਂ ਉਦੋਂ ਮੇਰੇ ਪੁੱਤ ਕਪੂਰ ਨੇ ਜਿਹੜੀ ਹਾਲ ਦਵਾਈ ਪਾਈ ਸੀ ਤੈਂ ਉਹਦਾ ਸੁਣੀ ਸੀ ਨਾ। ਮੇਰੇ ਵੱਲ ਹੱਥ ਵਧਾ ਕੇ ਜਿਸ ਤਰ੍ਹਾਂ ਉਸਨੇ ਅੰਮੀ ਅੰਮੀ ਆਖਿਆ ਸੀ ਤੇਰੇ ਕੰਨੀ ਉਹ ਤਾਂ ਪੈ ਹੀ ਰਿਹਾ ਸੀ ਨਾ। ਓਏ ਉਦੋਂ ਸਾਡੇ ਸਿਰ ਤੇ ਖੂਨ ਸਵਾਰ ਸੀ। ਸਾਰੇ ਮੁਸਲਮਾਨ ਸਾਡੇ ਦੁਸ਼ਮਣ ਬਣ ਗਏ ਸੀ ਤੇ ਉਹਨਾਂ ਨੂੰ ਮਾਰ ਮੁਕਾਉਣਾ ਸਾਡਾ ਧਰਮ। ਫਿਰ ਮੈਨੂੰ ਵੀ ਉੱਥੇ ਮਾਰ ਮੁਕਾਉਂਦਾ। ਮੈਨੂੰ ਕਿ ਚੁੱਕ ਲਿਆ ਆਪਣੇ ਨਾਲ। ਉਹ ਸੋਚਿਆ ਸੀ ਤੈਨੂੰ ਘਰ ਵਸਾ ਲੂੰਗਾ। ਤੂੰ ਮੈਨੂੰ ਜੀ ਸੱਦ ਕੇ ਘਰ ਵਸਾਉਂਦਾ ਪਰ ਇਸ ਤਰ੍ਹਾਂ ਮੇਰੇ ਕੁੱਖੋ ਜਣ ਮੈਂ ਤਾਂ ਦੂਰ ਤਾਂ ਨਾ ਕਰਦਾ। ਹੈਂ? ਮੈਂ ਉਦੋਂ ਤੈਨੂੰ ਦੱਸਿਆ ਸੀ ਕਿ ਉਸ ਦਾ ਪਤਾ ਜ਼ਾਲਮ ਨੇ ਪਹਿਲਾਂ ਹੀ ਕੋਹ ਕੇ ਮਾਰ ਦਿੱਤਾ ਹੈ। ਤੂੰ ਉਸਦੀ ਅੰਮੀ ਨੂੰ ਵੀ ਲੈ ਚੱਲਿਆ। ਚਾਰੋਂ ਪਾਸੇ ਵੱਡਾ ਟੁੱਕੀ ਚੱਲ ਰਹੀ ਸੀ। ਤੂੰ ਉਸ ਮਾਸੂਮ ਨੂੰ ਉੱਥੇ ਹੀ ਛੱਡ ਹੈ। ਮਾਰਣੀ ਤੂੰ ਮੇਰੇ ਕਪੂਰ ਦਾ ਕਾਤਲ ਹੈ। ਕਾਤਲ ਕਾਤਲ ਹੈ ਕਾਤਲ। ਉਹ ਬੰਦ ਕਰ ਆਪਣਾ ਸਹੀ ਸਿਆਪਾ। 10 ਵਾਰੀ ਹੋਈ ਦੂਰ ਕਰ ਆਪਣੇ ਨੱਤ ਪੜਿਆ ਨੂੰ। ਓਏ ਹੁਣ ਤਾਂ ਤੂੰ ਇੱਕ ਸਿੱਖ ਜਵਾਕ ਦੀ ਮਾਂ ਵੀ ਹੈ। ਫੇਰ ਕਾ ਨਹੀਂ ਭੁੱਲਦਾ ਤੈਨੂੰ ਉਹ ਮੁਸਲਾ ਗਫੂਰਾ। ਇਸ ਤਰ੍ਹਾਂ ਕਿਵੇਂ ਭੁੱਲ ਜਾਵਾਂ ਆਪਣੇ ਉਸ ਕੁੱਖੋ ਜਾਏ ਨੂੰ। ਬਸ ਐਸੇ ਕਰਕੇ ਮੈਨੂੰ ਤਾਂ ਕਦੇ ਤਵਾਰ ਨਹੀਂ ਆਇਆ। ਮੈਨੂੰ ਤਾਂ ਸਦਾ ਹੀ ਤੁਰਕੂਲ ਕਰਦਾ ਵੀ ਜੇ ਕਦੇ ਬਰਾਮਦ ਕਰਨ ਵਾਲੀ ਪੁਲਿਸ ਆਣ ਪਈ ਨਾ ਤੂੰ ਤਾਂ ਉਹਨਾਂ ਦੇ ਨਾਲ ਹੀ ਤੁਰ ਪੈਂਗੀ। ਪਾਕਿਸਤਾਨ ਉੱਥੇ ਮੇਰਾ ਕੀ ਹੈ? ਇੱਥੇ ਮੇਰਾ ਘਰ ਹੈ ਪਰਿਵਾਰ ਹੈ। ਇਹੋ ਮੇਰਾ ਮੁਲਕ ਹੈ। ਰਾਜੋ ਨੀ ਕੋਲੇ ਰਾਜੋ। ਹੈਂ? ਉਹ ਬੇਬੇ ਬਚਾ ਕੇ ਆਇਆ ਕੀ ਚਕਾੜ ਦਾ ਫਸਤਾ ਵੱਢ ਦੇਣਾ। ਤੂੰ ਆ ਗਿਆ ਪੁੱਤ ਖੇਤੋਂ? ਆਹੋ ਧਰਮਾਨੀ ਅੱਜ ਪੜ ਕੇ ਅਜੇ ਨਹੀਂ ਆਇਆ। ਅੱਗੇ ਤਾਂ ਇਸ ਵੇਲੇ ਤੱਕ ਆ ਜਾਂਦਾ ਹੈ। ਉਹ ਬੇਬੇ ਬਾਹਰ ਖੇਡਣ ਲੱਗ ਪਿਆ ਹੁਣ ਆਪਣੀ ਹਾਨੀਆਂ ਨਾਲ। ਆਜੋ ਆਪੇ। ਵੇ ਪੁੱਤ ਐਨੀ ਲਾਪਰਵਾਹੀ ਨਾ ਵਰਤਿਆ ਕਰ। ਬੁਰਾ ਕੋ ਜਵਾਕ ਹੈ। ਉਹਨੂੰ ਭਾਵੇਂ ਕੋਈ ਗੱਲ ਲਾ ਕੇ ਨਾਲ ਹੀ ਰਹਿ
ਬੇਬੇ ਮੈਂ ਦੱਸ ਕੀ ਇਹਦੇ ਗੋਲੀ ਮਾਰਤੀ ਸਵੇਰ ਦਾ ਕਜੀਆ ਪਾਈ ਬੈਠੀ ਐ ਕਹਿੰਦੀ ਪਾਕਿਸਤਾਨ ਜਾਣਾ ਹੈ। ਕਿੱਥੇ ਪਾਕਿਸਤਾਨ? ਆਹੋ ਵੇ ਵੇਖੀ ਕਿਤੇ ਗਵਾਨ ਆ ਬੈਠੀ। ਮੈਂ ਤਾਂ ਮਸਾਂ ਦਸਾਂ ਕਰਕੇ ਤੇਰਾ ਘਰ ਬਣਿਆ। ਆਂਟੀ ਕਾਂਟੀ ਪੱਪਾ ਪਰ ਫਿਰਦੇ ਸੀ ਜਦ ਤੁਹਾਨੂੰ ਚੱਕ ਕੇ ਲੈ ਸੀ। ਉਹ ਬੇਬੇ ਮੈਂ ਦੱਸ ਕੀ ਕਰਾਂ ਕਦੇ ਕੋਈ ਖਾਣ ਪੀਣ ਦੀ ਨਹੀਂ ਕਮੀ ਰੱਖੀ ਕਦੇ ਕੋਈ ਪਹਿਲੇ ਨੂੰ ਬੱਚਨ ਦੇ ਰੋਕ ਨਹੀਂ ਲਾਈ ਹੋਰ ਦੱਸ ਮੈਂ ਕੀ ਕਰਦਾ। ਮੈਂ ਦੱਸਾਂ ਇਹਨੂੰ ਡਰਾਵਾ ਦੇ ਜੇ ਤੂੰ ਆਪਦਾ ਘਰ ਬਣ ਕੇ ਰੱਖਣਾ ਹੈ ਕੋਈ ਬਨ ਸੁਭਦਾ ਕਰਨਾ ਹੀ ਪਊ। ਬੇਬੇ ਕਹਿੰਦੇ ਕੁੱਤੇ ਨੂੰ ਕੀ ਨਹੀਂ ਬਚਦਾ ਇਹਦਾ ਨਹੀਂ ਕਸੂਰ ਸਾਰਾ ਕਸੂਰ ਇਹਦੇ ਗੰਦੇ ਖੂਨ ਦਾ ਵੇ ਇਹਨੂੰ ਕੀ ਪਤਾ ਜਿਹੜੀਆਂ ਬਾਹਰ ਤੱਤੀਆਂ ਹਵਾਵਾਂ ਵੱਜਦੀਆਂ ਨੇ। ਮੈਂ ਦੱਸਦੀ ਆ ਪੁੱਤ ਮੇਰੇ ਨਾਨਕੇ ਪਿੰਡ ਦੀ ਕੁਧਾਰੀ ਹੋਈ ਕੁੜੀ ਜਲੰਧਰ ਕੈਂਪ ਚ ਆਈ। ਉਹਦਾ ਬਾਪ ਨੂੰ ਲੈਣ ਆ ਗਿਆ ਪਰ ਜਦੋਂ ਕੁੜੀ ਦਾ ਢਿੱਡ ਵਧਿਆ ਹੋਇਆ ਦੇਖਿਆ ਤਾਂ ਖੜੇ ਪੈਰ ਮੁੱਕਰ ਗਿਆ। ਆਖੇ ਤਾਂ ਭਾਈ ਮੇਰੀ ਧੀ ਹੈ ਹੀ ਨਹੀਂ ਤੂੰ ਤਾਂ ਸੁੱਖ ਨਾਲ ਇੱਕ ਨਿਆਣੀ ਦੀ ਮਾਂ ਵੀ ਹੈ ਤੈਨੂੰ ਕਿਹੜੇ ਮੂੰਹ ਨਾਲ ਤੂੰ ਆਪਣੀ ਧੀ ਬਣ ਕਹਿ ਦੂੰ। ਵੇ ਸਾਡੀ ਦਰਿਆ ਦਿਲੀ ਨੂੰ ਸਾਡੀ ਮਜਬੂਰੀ ਸਮਝਦੀ ਹੈ। ਆਹੋ ਬੇਬੇ ਜੇ ਮੈਂ ਵੀ ਇਹਨੂੰ 2-4 ਦਿਹਾੜੇ ਰੱਖ ਕੇ ਇਹਦੀ ਦੇਵਤ ਕੋਈ ਕਰਕੇ ਨੂੰ ਅੱਗੇ ਤੁਰ ਦਿੰਦਾ ਨਾ ਫੇਰ ਇਹਨੂੰ ਪਤਾ ਲੱਗਣਾ ਸੀ। ਵੇ ਇਹਨੂੰ ਹੈ ਨਹੀਂ ਕਿਸੇ ਦਾ ਪਾ ਤੂੰ ਦੇਖ ਲਈ ਐਂ ਲੰਘ ਜਾ ਕਿਸੇ ਦਿਨ ਬਿਨਾਂ ਪੁੱਛੇ ਦੱਸੇ। ਲੈ ਐ ਤਾਂ ਫੇਰ ਕਿਵੇਂ ਬੇਬੇ ਹੁਣ ਕਿਹੜਾ ਮੇਰੇ ਗੰਡਾਸੇ ਨੂੰ ਜੰਗਾਲ ਲੱਗ ਗਿਆ ਜਾ ਕੇ ਦਿਖਾਵੇ ਤਾਂ ਸਹੀ ਪਾਕਿਸਤਾਨ। ਮੈਂ ਕਦੋਂ ਕਿਹਾ ਮੈਂ ਪਾਕਿਸਤਾਨ ਜਾਣਾ ਹੈ? ਉਹ ਮੈਂ ਤਾਂ ਕਹਿਣ ਤੇ ਕਰ ਜਾ ਕੇ ਦੇਖ ਲਿਆ ਪਾਕਿਸਤਾਨ ਇਹ ਹੋਣਾ ਜਨਾਨੀਆਂ ਨੂੰ ਕੰਮਾਂ 'ਚ ਨਾ ਰੁੱਦੀ ਫਿਰੀ ਮੇਰਾ ਨਾਮ ਮਿਟਾ ਦੀ। ਹੁਣ ਮੈਂ ਤੁਹਾਨੂੰ ਕਿਵੇਂ ਯਕੀਨ ਦਿਵਾਵਾਂ ਕਿ ਮੈਂ ਪਾਕਿਸਤਾਨ ਹਰ ਕਿਤੇ ਨਹੀਂ ਜਾਣਾ ਇੱਥੇ ਹੀ ਰਹਿਣਾ ਆਪਣੇ ਪਰਿਵਾਰ ਨਾਲ। ਹੈਂ? ਰਹਿਣਾ ਨਹੀਂ ਆਪਣੇ ਪਰਿਵਾਰ ਨਾਲ ਨੀ ਕੁੜੇ ਤੂੰ ਹੀ ਰਤਾ ਮੈਂ ਰੱਖ ਲਿਆ ਕਰ ਇਹਦੇ ਸਵਾਦ ਦਾ ਤਾਂ ਤੈਨੂੰ ਪਤਾ ਹੀ ਹੈ। ਰਾਜੋ ਨੀ ਕੁੜੇ ਰਾਜੋ। ਹਾਂ ਭੈਣੇ। ਉਹ ਭਾਈ ਤੁਹਾਡਾ ਤਾਂ ਮਾਸ ਪਾਈਆਂ ਦੀ ਮੋਢੇ ਪਿੱਛੇ ਲੰਘ ਗਿਆ ਜਾਂਦਾ ਸੀ। ਹਾਏ ਮੈਂ ਮਰ ਗਈ ਮੇਰਾ ਧਿਆਨ ਮੈਂ ਬਤਾਈ ਵੇ। ਉਹ ਕੀ ਹੋ ਗਿਆ ਬੇਬੇ ਮੈਂ ਪਤਾ ਜਾਈ ਮੈਂ ਤਾਵਲਾ ਆਦਰੀ ਤਾਈ ਕਹਿੰਦੀ ਹੈ ਆਪਣਾ ਤਾਂ ਮਾਸ ਪਾਈਆਂ ਦੀ ਮੋਢੇ ਪਿੱਛੇ ਲੰਘ ਗਿਆ ਜਾਈ ਜਰਾ ਛੇਤੀ ਉਹ ਤਾਈ ਕਿੱਧਰ ਨੂੰ ਗਈ ਹੈ ਮੋਟਰ ਵੇ ਪੁੱਤ ਸ਼ਿਵ ਸੇ ਮੁਕਬਰ ਕੇ ਘਰ ਤੇ ਨਹੀਂ ਗਈ ਆ ਮੋਟਰ। ਇੱਕ ਤਾਂ ਨਾ ਜਵਾਕਾਂ ਦੀ ਕਿਤੇ ਤਾਣੇ ਤੇ ਪਾਲੇ। ਉਹ ਭਾਈ ਧਿਆਨ ਰੱਖਿਆ ਕਰੋ ਜਵਾਕਾਂ ਦਾ। ਏ ਨਗਰ ਖੇੜਾ ਏ ਲਾਲਾ ਵਾਲੇ ਪੀਰ ਮੈਂ ਪ੍ਰਸ਼ਾਰ ਵੰਡੂ ਜੇ ਮੇਰਾ ਧਰਮਾ ਸੁੱਕੀ ਸਾਦੀ ਘਰ ਮੜਾਇਆ ਨਹੀਂ ਵੇਖ ਲਿਆ ਵੀ ਤਾਂ ਨਹੀਂ ਸਿਆਣੇ ਆਦੇ ਹੁੰਦੇ ਵੀ ਜਿਸ ਕੱਲ ਬੱਸੇ ਉੱਥੇ ਚੁੱਲ੍ਹੇ ਉੱਤੇ ਤੇ ਘੜਿਓਂ ਪਾਣੀ ਨਸੇ ਆ ਜਿਹੜਾ ਸਵੇਰ ਦਾ ਕਜੀਆਂ ਪਾਈ ਬੈਠੀ ਸੀ ਨਾ ਉਹਦੇ ਕਰਕੇ ਵੱਧਦਾ ਹੈ ਪਾਣਾ। ਬੀਬੀ ਜੀ ਤੁਸੀਂ ਤਾਂ ਰਾਈ ਦੇ ਪਹਾੜ ਬਣਾ ਲੈਨੇ ਹੋ ਇਹਦੇ ਚ ਦੱਸੋ ਮੇਰਾ ਕੀ ਕਸੂਰ ਹੈ? ਲੈ ਅਖੇ ਮੇਰਾ ਕੀ ਕਸੂਰ ਹੈ? ਮੈਂ ਰੋਈ ਕਾਹਤੋਂ ਜਾਂਦੀ ਸੀ? ਉਹ ਤਾਂ ਮੈਨੂੰ ਮੇਰਾ ਕਸੂਰ ਯਾਦ ਆ ਗਿਆ ਸੀ ਹੁਣ ਮੈਂ ਕਦੇ ਕਦਾਈ ਆਪਣੇ ਕੁੱਕੋ ਜਾਈ ਨੂੰ ਯਾਦ ਵੀ ਨਹੀਂ ਕਰ ਸਕਦੀ। ਅੱਛਾ ਇਹ ਗੱਲ ਹੈ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋ ਗਈ ਸਵੇਰ ਦੀ ਰੋਈ ਕਾਹਤੋਂ ਜਾਂਦੀ ਹੈ। ਪਾਣੀ ਦਾ ਘੁੱਟ ਪੀਵਾਂ ਮੇਰੇ ਤਾਂ ਹੌਲ ਹੀ ਪੈ ਗਿਆ ਸੀ। ਤੂੰ ਬਾਬਰੂ ਦਾ ਸ਼ੁਕਰ ਕਰਿਆ ਕਰ ਜਿਹਨੇ ਤੇਰੀ ਝੋਲੀ ਫੇਰ ਭਰਤੀ ਮਰਿਆ ਨੂੰ ਹੱਥਾਂ ਮਾਰ ਕੇ ਕਾਹਤੋਂ ਮਨ ਭਰਦੀ ਹੁੰਨੀ ਆ। ਮੈਂ ਤਾਂ ਬਥੇਰਾ ਮਨ ਸਮਝਾਉਣੀ ਆ ਬੇਬੇ ਪਰ ਕੀ ਕਰਾਂ ਉਹ ਭੁੱਲਦਾ ਹੀ ਨਹੀਂ। ਨੱਥਾ ਸਿਆ ਉਹ ਨੱਥਾ ਸਿਆ ਕਰਈਆਂ ਭਾਈ ਉਹ ਤਾਂ ਸਿੱਖਿਆ ਦਾ ਲੱਗਦਾ ਇਹ ਦਾਦੇ ਕੋਣ ਇੱਥੇ ਕਾਣੀ ਕੀ ਕਰਨ ਆਇਆ? ਬੇਬੇ ਧਰਮੇ ਦਾ ਪਤਾ ਨਾ ਦੇਣਾ ਆਇਆ ਹੋਵੇ। ਆਹੋ ਕੌਣ ਹੈ ਭਾਈ ਆਜਾ ਲੰਘਿਆ। ਉਹ ਮਾਇਆ ਬੇਬੇ ਛੇਪਸਿਆ ਪੈਰੀ ਪੈਣਾ ਬੇਬੇ। ਵੇ ਸ਼ਿਵਸਿਆ ਮੇਰਾ ਪੁੱਤ ਧਰਮਾ ਕਿੱਥੇ ਹੈ? ਧਰਮਾ ਮੈਨੂੰ ਦੱਸ ਕੀ ਪਤਾ ਧਰਮੇ ਦਾ। ਵੇ ਤੁਹਾਡੇ ਬਾਹਰ ਮਰੇ ਸਿਪਾਹੀਆਂ ਨੇ ਮੋਟਰ ਪਿੱਛੇ ਲੰਘ ਗਿਆ ਸੀ ਉਹ ਜੇ ਲੰਘ ਗਿਆ ਸੀ ਤਾਂ ਆਪੇ ਲੈ ਗਿਆ ਉਹ ਮੈਨੂੰ ਦੱਸ ਕੀ ਪਤਾ ਜਵਾਕਾਂ ਦਾ। ਤੇ ਫਿਰ ਭਾਈ ਤੂੰ ਇੱਧਰ ਕਿਵੇਂ? ਹਾਂ ਸੱਚ ਉਹ ਭਾਈ ਮੈਂ ਤਾਂ ਤੈਨੂੰ ਐਂ ਦੱਸਣ ਆਇਆ ਸੀ ਅੱਜ ਆਪਣੇ ਪਿੰਡ ਦੇ ਵਿੱਚ ਪੁਲਿਸ ਦੇ ਨਾਲ ਪਾਕਿਸਤਾਨੀ ਮਿਲਟਰੀ ਦੇ ਮੁਲਾਜ਼ਮ ਪਹੁੰਚੇ ਹੋਏ ਨੇ। ਅੱਛਾ ਉਹ ਪਾਕਿਸਤਾਨੀ ਕੁੜੀਆਂ ਦੀ ਬਰਾਮਦਗੀ ਕਰਨ ਉਹ ਉਹੀ ਜਿਹੜੀਆਂ ਆਪਣੇ ਲੋਕਾਂ ਨੇ ਰੱਖਣੀਆਂ ਸੀ ਇੱਧਰ ਹੱਲਿਆਂ ਵੇਲੇ। ਤੂੰ ਚੁੱਪ ਕਰ ਵੇ ਨੀ ਕੁੜੇ ਅੰਦਰੋਂ ਤਾਰ ਜਾ ਕੇ ਸਾਜੀਰ ਕੇ ਤਰ੍ਹਾਂ ਮੈਂ ਕਿਹੜਾ ਵੇਲਾ ਹੋ ਗਿਆ ਕਦੋਂ ਤੇਰਾ ਕੁਦਰ ਜਾ। ਹਾਂ ਦੱਸ ਵੇ ਕੀ ਕਹਿਣਾ ਤੇਰੀ ਸੀ? ਨੂੰਹ ਬਾਰੇ ਪੁੱਛ ਗਿੱਛ ਕਰਦੇ ਫਿਰਦੇ ਸੀ। ਉਹ ਬੇਬੇ ਮੈਂ ਤਾਂ ਬਥੇਰੇ ਟਾਲ ਮਟੋਲੇ ਜੇ ਲਾਏ ਪਰ ਤੁਹਾਡਾ ਮੱਖੂ ਐਤਕੀ ਠੱਪਿਆ ਲੈ। ਵੇ ਸ਼ਿਵਸਿਆ ਵੇ ਤੇਰਾ ਕੱਖ ਨਾ ਰਹੇ ਮੈਂ ਤਾਂ ਸਾਡੇ ਘਰੋਂ ਜਾਣਾ ਸੀ। ਉਹ ਧਰਮ ਨਾਲ ਬੇਬੇ ਮੈਂ ਕਿਸੇ ਨੂੰ ਕੋਈ ਸੂਹ ਨਹੀਂ ਦਿੱਤੀ। ਉਹ ਮੈਂ ਤਾਂ ਸੰਕਾ ਤੈਨੂੰ ਦੱਸਣ ਆਇਆ ਸੀ ਵੀ ਆਪਦੀ ਨੂੰਹ ਨੂੰ ਕਿਧਰੇ ਅੰਦਰ ਬਾਹਰ ਨਾ ਜਾਣ ਦੇਈਂ। ਵੇ ਬਾਲਾ ਚੱਤਰ ਚਲਾਕ ਜਾਣ ਬਣ ਮੈਂ ਤੈਨੂੰ ਦੱਸਾਂ ਸਾਰਾ ਪਿੰਡ ਜਾਣਦਾ ਕਿ ਤੂੰ ਹੈ ਗੁੱਸਾ ਟੋਟ ਹੈ। ਅੱਛਾ ਮੈਂ ਤਾਂ ਸਾਰਾ ਪਿੰਡ ਇਹ ਵੀ ਜਾਣਦਾ ਕਿ ਤੁਸੀਂ ਘਰੇ ਮੁਸਵੀ ਰੱਖੀ ਹੋਈ ਹੈ। ਬਸ ਦਿਖਾਤੀ ਨਾ ਜਾ ਨਾ ਟਲਿਆ ਕੰਜਰ ਦਿਆ। ਲੈ ਬੁੜੀਏ ਹਲੇ ਤੱਕ ਤਾਂ ਨਹੀਂ ਸੀ ਕਿਸੇ ਨੂੰ ਕੁਝ ਦੱਸਿਆ ਹੁਣ ਮੈਂ ਪੁਲਿਸ ਨੂੰ ਆਪ ਲਾ ਕੇ ਲਿਆਉਂਗਾ ਆਪ। ਮੈਂ ਪੁੱਤਰਾ ਵੇ ਸ਼ਿਵਸਿਆ ਵੇ ਮੇਰੀ ਗੱਲ ਤਾਂ ਸੁਣ ਵੇ ਮੇਰੀ ਗੱਲ ਦਾ ਬੁਰਾ ਨਾਮ ਨਾ ਪੁੱਤ ਵੇ ਮੈਂ ਤੇਰੀ ਮਾਂ ਵਰਗੀ ਆ ਨੀ ਦੇ ਕੇ ਕੋਈ ਮਰ ਲੈ। ਮੈਂ ਪੁੱਤਰਾ ਵੇ ਸ਼ਿਵਸਿਆ
ਵੇ ਮੈਨੂੰ ਤਾਂ ਲੱਗਦਾ ਇਸ ਤਰ੍ਹਾਂ ਨੇ ਖਬਰ ਕਾਲੀ ਨੂੰ ਤਾਂ ਹੀ ਸਵੇਟੇ ਡੁਸਕੀ ਜਾਂਦੀ ਆ ਨਹੀਂ ਤੈਂ ਸਾਡੀ ਕੀਤੀ ਨਾ ਜਾਣੀ ਬੇਬੇ ਜੀ ਮੈਂ ਕਿਸੇ ਨੂੰ ਕੋਈ ਖਬਰ ਨਹੀਂ ਕੱਲੀ ਮੈਨੂੰ ਮੇਰੇ ਗਫੂਰ ਦੀ ਕਸਮ ਮੈਨੂੰ ਮੇਰੇ ਧਰਮੇ ਦੀ ਕਸਮ ਖਬਰਦਾਰ ਜੇ ਮੇਰੇ ਪੋਤੇ ਝੂਠੀ ਸੌ ਖਾਦੀ ਹੈ ਨਥਾਸਿਆ ਓ ਨਥਾਸਿਆ ਉਹ ਲੈ ਮੈਨੂੰ ਤਾਂ ਲੱਗਦਾ ਪੁਲਿਸ ਆ ਵੀ ਗਈ ਹਾਏ ਮੈਂ ਮਰ ਗਈ ਮੈਂ ਤਾਂ ਪੁੱਤ ਵੀ ਨਹੀਂ ਕਰੇ ਮੈਂ ਕੱਲੀ ਕੀ ਕਰਾਂ ਉਹ ਤੂੰ ਰਾਦੀ ਨੂੰ ਅੰਦਰ ਰਖੋ ਆਹੋ ਤੂੰ ਜਾ ਤੂੰ ਹੁਣ ਨਿਕਲ ਸਿਰਸਿਆ ਮਾਈ ਤੇਰਾ ਪੁੱਤ ਕਿੱਥੇ ਹੈ ਵੇ ਪੁੱਤ ਉਹ ਤਾਂ ਮੇਰੇ ਪੋਤੇ ਲੱਭਣ ਗਿਆ ਹੋਇਆ ਹੈ ਬੁਲਾਓ ਫਿਰ ਉਹਨੂੰ ਛੇਤੀ ਅਸੀਂ ਪੁੱਛ-ਗਿੱਛ ਕਰਨੀ ਹੈ ਪੁੱਛ ਗਏ ਚ ਤੂੰ ਪੁੱਤ ਕਾਹਦੀ ਪੁੱਛ ਗਏ ਚ ਮਾਈ ਸਾਨੂੰ ਇਤਲਾਹ ਮਿਲੀ ਆ ਕਿ ਇਸ ਘਰ ਵਿੱਚ ਇੱਕ ਮੁਸਲਮਾਨ ਤਰੀਨ ਰਹਿ ਰਹੀ ਆ ਇੱਥੇ ਨਾ ਪੁੱਤ ਇੱਥੇ ਨਾ ਕੋਈ ਮੁਸਲਮਾਨ ਜਨਾਨੀ ਹੈ ਨਹੀਂ ਅੱਛਾ ਇਹ ਔਰਤ ਕੌਣ ਹੈ ਇਹ ਤਾਂ ਪੁੱਤ ਮੇਰੀ ਨੂੰਹ ਹੈ ਰਾਜੋ ਨਾ ਇਹਦਾ ਸਿੱਖ ਹੈ ਮਾਈ ਇਹਨਾਂ ਨੂੰ ਕਹੋ ਕਿ ਆਪਣਾ ਚਿਹਰਾ ਦਿਖਾਉਣ ਅਸੀਂ ਬਸ ਸ਼ਨਾਖਤ ਕਰਕੇ ਚਲੇ ਜਾਵਾਂਗੇ ਜਮਾਲ ਰਜ਼ੀਆ ਮੇਰੀ ਭੈਣ ਜਨਰ ਭਾਈਜਾਨ ਨੀ ਤਾਂ ਇੱਧਰ ਮਾਰਾ ਉਹ ਮਾਈ ਚ ਧੱਕਾ ਨਾ ਕਰ ਸਾਡਾ ਸ਼ੱਕ ਸਹੀ ਨਿਕਲਿਆ ਇਹ ਇੱਕ ਮੁਸਲਮਾਨ ਹੈ ਜੀ ਜਨਾਬ ਵੇ ਹੁਣ ਕਾਦੀ ਮੁਸਲਮਾਨ ਹੈ ਗੁਰਦੁਆਰੇ ਆਨੰਦ ਪੜਾਈ ਗਈ ਸੀ ਨੇ ਮੇਰੇ ਪੁੱਤ ਨਾਲ ਉਹ ਤੁਸੀਂ 24 ਕੀਤਾ ਹੋਣਾ ਇਸ ਦੀ ਮਰਜ਼ੀ ਦੇ ਖਿਲਾਫ ਹੀ ਕੀਤਾ ਹੋਣਾ ਪਰ ਹੁਣ ਇਸ ਦੀ ਸ਼ਨਾਖਤ ਹੋ ਚੁੱਕੀ ਹੈ ਸਰਦਾਰ ਸਾਹਿਬ ਤੁਸੀਂ ਬਣਦੀ ਕਾਗਜ਼ੀ ਕਾਰਵਾਈ ਕਰੋ ਫਿਰ ਅਸੀਂ ਕਾਨੂੰਨਾਂ ਇਸ ਨੂੰ ਇੱਥੋਂ ਲੈ ਕੇ ਜਾ ਸਕਦੇ ਹਾਂ ਜੀ ਖਾਨ ਸਾਹਿਬ ਲੈ ਐ ਕਿ ਮਿਲਾ ਦੇਗਾ ਮੁਸਲਮਾਨੀ ਕਰਤਰਾ ਉਹ ਖਬਰਦਾਰ ਬਾਈ ਜੇ ਬਾੜੀ ਧੱਕਾਜ਼ੋਰੀ ਕੀਤੀ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਪੀੜਾ ਕਰਕੇ ਲੈ ਆ ਗਿਆ ਮੇਰਾ ਪੁੱਤ ਵੇ ਪੁੱਤ ਧਰਮਾ ਕਿੱਥੇ ਹੈ ਉਹ ਮੇਰੇ ਨਾਲ ਉਹਦਾ ਫੇਰ ਵਾਰ ਖੇਡਣ ਲੱਗ ਪਿਆ ਸਰਦਾਰ ਸਾਹਿਬ ਜੀ ਉਹ ਤੇਰਾ ਨਾਂ ਨੱਥਾ ਸਿੰਘ ਹੈ ਜੀ ਜੀ ਦੱਸੋ ਜਨਾਬ ਹੋਰੀ ਪਾਕਿਸਤਾਨੀ ਅਫਸਰ ਨੇ ਸਾਦਾਂ ਦੌਰਾਨ ਜਿਹੜੀਆਂ ਮੁਸਲਮਾਨ ਔਰਤਾਂ ਇੱਧਰ ਰਹਿ ਗਈਆਂ ਸੀ ਉਹਨਾਂ ਦੀ ਕਾਨੂੰਨਨ ਬਰਾਮਦਗੀ ਲਈ ਆਏ ਨੇ ਅੱਛਾ ਤੇ ਫਿਰ ਇੱਧਰ ਕਿਵੇਂ ਇਹ ਇੱਕ ਮੁਸਲਮਾਨ ਔਰਤ ਹੈ ਜਿਸ ਨੂੰ ਤੁਸੀਂ ਧੱਕੇ ਨਾਲ ਆਪਣੇ ਘਰ ਵਸਾਇਆ ਹੋਇਆ ਹੈ ਲੈ ਧੱਕਾ ਕਾਹਦਾ ਜੀ ਗੁਰਦੁਆਰੇ ਸਾਡੇ ਆਨੰਦ ਪੜਾਏ ਗਏ ਸੀ ਨਹੀਂ ਤਵਾਰ ਤਾਂ ਮੈਂ ਗ੍ਰੰਥੀ ਨੂੰ ਮੂੰਹ ਤੇ ਕਰਾ ਦੇਣਾ ਓਏ ਸਰਕਾਰੀ ਕੰਮਕਾਜ ਨਹੀਂ ਲੱਥਾ ਸਿਆ ਸੋ ਸਾਡੇ ਕੰਮ ਹੀ ਦਖਲਅੰਦਾਜ਼ੀ ਨਾ ਕਰ ਚੁੱਪਚਾਪ ਖੜਾ ਰਹਿ ਲੈ ਐ ਕਿਵੇਂ ਚੁੱਪਚਾਪ ਖੜ ਜਾ ਮੇਰੇ ਘਰ ਉੱਜੜ ਰਿਹਾ ਮੈਂ ਹੁਣੇ ਜਾ ਕੇ ਪਿੰਡ ਦੇ ਮੋਹਤਵਾਰ ਬੰਦੇ ਇਕੱਠੇ ਕਰਕੇ ਲਾਉਣਾ ਹੈ ਹਾਂ ਪੁੱਤ 24 ਸਾਲ ਸਰਪੰਚ ਨੇ ਪਤਾ ਗ੍ਰੰਥੀ ਸਾਰੇ ਲਾਭ ਲਾ ਉਹ ਕੇ ਤੁਸੀਂ ਜੋ ਵੀ ਕੋਸ਼ਿਸ਼ ਕਰਨੀ ਹੈ ਕਰਕੇ ਦੇਖ ਲਵੋ ਪਰ ਸਾਡੇ ਕੋਲ ਹਕੂਮਤ ਦਾ ਫਰਮਾਨ ਹੈ ਤੁਸੀਂ ਮਾਈ ਦੇ ਬਿਆਨ ਦਰਜ ਕਰੋ ਰਜ਼ੀਆ ਮੇਰੀ ਖਾਲਾ ਦਿੱਤੀ ਹੈ ਵਾਦੀ ਜਗ੍ਹਾ ਮੈਂ ਹਸਤਾਖਰ ਕਰਾਂਗਾ ਜੀ ਜਨਾਬ ਚੱਲ ਮਾਈ ਬਿਆਨ ਦਰਜ ਕਰਾ ਵੇ ਮੇਰੇ ਪੁੱਤ ਨੂੰ ਤਾਂ ਲੈਂਦੇ ਆ ਉਹ ਤੂੰ ਚੱਲ ਮਾਈ ਆਜੂ ਤੇਰਾ ਪੁੱਤ ਆਪੇ ਜਮਾਲ ਭਾਈਜਾਨ ਜਾ ਭਾਈਜਾਨ ਰਜ਼ੀਆ ਮੇਰੀ ਰੂਹ ਅੰਬਰਾਂ ਤੱਕ ਬਾਜ ਪਾਵਾ ਦਰ ਦਰ ਦੀ ਮੇਰੀ ਕਿਸੇ ਨਾ ਸੁਣੀ ਭਾਈਜਾਨ ਮੈਨੂੰ ਮਾਫ ਕਰੀ ਮੇਰੀ ਭੈਣ ਮੈਂ ਤਾਂ ਤੈਨੂੰ ਤਾਕੇ ਜੀ ਭਰ ਕੇ ਰੋ ਵੀ ਨਾ ਸਕਿਆ ਪਰ ਮੈਨੂੰ ਬਹੁਤ ਖੁਸ਼ੀ ਹੈ ਰਜ਼ੀਆ ਕਿ ਤੂੰ ਸਹੀ ਸਲਾਮਤ ਹੈ ਮੈਂ ਵੀ ਤੈਨੂੰ ਮਿਲ ਕੇ ਬਹੁਤ ਖੁਸ਼ ਹਾਂ ਭਾਈਜਾਨ ਪਰ ਤੁਸੀਂ ਇੰਨੇ ਸਾਲਾਂ ਬਾਅਦ ਮੈਨੂੰ ਕਿਵੇਂ ਲੱਭ ਲਿਆ ਅਸੀਂ ਤੈਨੂੰ ਨਹੀਂ ਲੱਭਿਆ ਰਜ਼ੀਆ ਅਸਤਾ ਕਿਸੇ ਮੁਸਲਮਾਨ ਔਰਤ ਦੀ ਸੂਹ ਮਿਲਦੇ ਆ ਉਸ ਦੀ ਬਰਾਮਦਗੀ ਲਈ ਆਏ ਸਾਂ ਪਰ ਖੁਦਾ ਦੀ ਰਹਿਮਤ ਵੇਖ ਕਿ ਅੱਗੋਂ ਤੂੰ ਮਿਲ ਪਈ ਹੈ ਮੈਂ ਤਾਂ ਇਹ ਸੋਚ ਰਿਹਾ ਕਿ ਤੈਨੂੰ ਵੇਖ ਕੇ ਮੇਰਾ ਤਾਂ ਬਸ ਗਾਲੀ ਪਰ ਆਇਆ ਹੈ ਪਰ ਜਦੋਂ ਤੇਰਾ ਫਰਜ਼ੰਦ ਤੈਨੂੰ ਤੱਕੇਗਾ ਨਾ ਉਸ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਰਹਿਣਾ ਕੀ ਕੌਣ ਗਫੂਰ ਆਹ ਰਜ਼ੀਆ ਗਫੂਰ ਤੇਰਾ ਫਰਜ਼ੰਦ ਗਫੂਰ ਉਹ ਜ਼ਿੰਦਾ ਹੈ? ਉਹ ਸਹੀ ਸਲਾਮਤ ਹੈ ਹਾਂ ਰਜ਼ੀਆ ਹਾਂ ਤੂੰ ਸੱਚ ਕਹਿ ਰਿਹਾ ਹੈ ਨਾ ਜਵਾਨ ਹਾਂ ਰਜ਼ੀਆ ਉਹ ਸਹੀ ਸਲਾਮਤ ਹੈ ਸਾਡੇ ਨਾਲ ਹੀ ਰਹਿ ਰਿਹਾ ਲਾਹੌਰ 'ਚ ਜਦੋਂ ਮੇਰੀ ਡਿਊਟੀ ਵਿਧਾਲੀਆਂ ਔਰਤਾਂ ਦੀ ਬਰਾਮਦਗੀ ਕਰਨ ਲਈ ਲੱਗੀ ਸੀ ਨਾ ਤਾਂ ਉਸਨੇ ਆਪਣੀ ਤਸਵੀਰ ਦਿੱਤੀ ਸੀ ਕਹਿੰਦਾ ਸੀ ਜਦੋਂ ਵੀ ਅੰਮੀ ਮਿਲਣ ਤਾਂ ਉਹਨਾਂ ਨੂੰ ਜ਼ਰੂਰ ਦਿਖਾਉਣਾ ਆਹ ਦੇਖ ਯਾ ਮੇਰੇ ਖੁਦਾਇਆ ਉਹੀ ਨੈਣਕ ਚਿਹਰੇ ਤੇ ਉਹੀ ਮਾਸੂਮੀਅਤ ਮੇਰਾ ਲਾਲ ਕੋ ਮੈਂ ਤਾਂ ਇਸ ਨੂੰ ਪਸਾਤਾ ਚ ਮਰਿਆ ਸਮਝ ਕੇ ਹੁਣ ਤੱਕ ਬਾਤ ਬਣਾਉਂਦੀ ਰਹੀ ਆ ਤੂੰ ਤਾਂ ਇਸ ਨੂੰ ਮਾਰਿਆ ਗਿਆ ਸਮਝਣਾ ਹੀ ਸੀ
ਕਿਉਂਕਿ ਜਦੋਂ ਤੂੰ ਇਸ ਨਾਲ ਵਿਛੜੀ ਸੈਂ ਨਾ ਉਦੋਂ ਚਾਰੇ ਪਾਸੇ ਨਫ਼ਰਤ ਦੀ ਅੱਗ ਫੈਲੀ ਹੋਈ ਸੀ। ਲੋਕ ਹੈਵਾਨ ਬਣ ਚੁੱਕੇ ਸਨ। ਤਲਵਾਰਾਂ ਨੇਚੇ ਚੁੱਕੀ ਫਿਰਦੇ ਲੋਕਾਂ ਨੂੰ ਦੇਖ ਕੇ ਉਹ ਮਾਸੂਮ ਸਹਿਮ ਕੇ ਲਾਸ਼ਾਂ ਹੇਠ ਦੁੱਬ ਕੇ ਬੈਠ ਗਿਆ। ਮਗਰੋਂ ਫੌਜ ਆ ਗਈ, ਉਹ ਉਹਨੂੰ ਕੈਂਪ ਵਿੱਚ ਲੈ ਆਈ। ਆਏ ਮੇਰਾ ਅੱਲਾ, ਉਸ ਨਿੱਕੀ ਦੀ ਜਾਨ ਨੇ ਇਹ ਸਭ ਕੁਝ ਕਿਵੇਂ ਬਰਦਾਸ਼ਤ ਕੀਤਾ ਹੋਵੇਗਾ। ਉਹ ਮੈਨੂੰ ਕੈਂਪ ਵਿੱਚ ਮਿਲਿਆ, ਬਹੁਤ ਖੌਫਜ਼ਦਾ ਸੀ। ਹੁਣ ਵੀ ਕਈ ਵਾਰ ਰਾਤਾਂ ਨੂੰ ਚੀਕਾਂ ਮਾਰ ਉੱਠ ਪੈਂਦਾ। ਮੇਰੇ ਅੰਬੀ ਨੇ ਉਸ ਨੂੰ ਭਾਵੇਂ ਪੁੱਤਰਾ ਵਾਂਗ ਪਾਲਿਆ, ਪਰ ਉਹ ਤੈਨੂੰ ਨਹੀਂ ਭੁਲਾ ਸਕਿਆ ਰਜੀਆ। ਮੈਂ ਵੀ ਉਸ ਨੂੰ ਨਹੀਂ ਭੁਲਾ ਸਕੀ ਭਾਈ ਜਾਨ। ਅੱਜ ਬਿਆਨ ਦਰਜ ਕਰ ਲੈਣੇ, ਕਾਗਜ਼ੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ। ਚੱਲਣਾ ਚਾਹੀਏ ਜਨਾਬ। ਚਲੋ ਫਿਰ ਰਜੀਆ, ਇਸ ਘਰ ਨੂੰ ਆਪਣਾ ਆਖਰੀ ਸਲਾਮ ਆਖ ਤੇ ਚੱਲ ਚੱਲੀਏ ਆਪਣੇ ਮੁਲਕ, ਆਪਣੇ ਘਰ। ਮੋਦੀਆਂ ਕੰਧਾਂ ਪਾਵੇ ਕੱਚੀਆਂ ਸੌਖੀਆਂ ਨਹੀਂ ਪਰ ਤੋੜਨੀਆਂ। ਟੁੱਟੀ ਜਾਵਣੀ ਤਾਂ ਪੈਸਣ ਗੰਢਾਂ ਔਖੀਆਂ ਨੇ ਫਿਰ ਜੋੜਨੀਆਂ। ਔਖੀਆਂ ਨੇ ਫਿਰ ਜੋੜਨੀਆਂ। ਔਖੀਆਂ ਨੇ ਫਿਰ ਨਹੀਂ ਜਵਾਨ, ਮੇਰੇ ਤੋਂ ਤੇਰੇ ਨਾਲ ਨਹੀਂ ਜਾਇਆ ਜਾਣਾ। ਇਹ ਤੂੰ ਕੀ ਕਹਿ ਰਹੀ ਹੈ ਰਜ਼ੀਆ? ਕੀ ਤੂੰ ਆਪਣੀ ਸਰਜ਼ਮੀਨ ਤੇ ਨਹੀਂ ਜਾਣਾ ਚਾਹੁੰਦੀ? ਆਪਣੇ ਲਾਲ ਗਫੂਰ ਨੂੰ ਨਹੀਂ ਮਿਲਣਾ ਚਾਹੁੰਦੀ? ਮੈਂ ਜਾਣਾ ਚਾਹਣੀ ਆ, ਮੈਂ ਆਪਣੇ ਨਾਲ ਮਿਲਣਾ ਚਾਹਣੀ ਆ, ਪਰ ਕੀ ਰਜ਼ੀਆ? ਹੁਣ ਮੈਂ ਤੈਨੂੰ ਕਿਵੇਂ ਦੱਸਾਂ ਜਵਾਨ, ਕਿਵੇਂ ਦੱਸਾਂਗੇ? ਬੀਬੀ ਮੈਂ ਹੁਟੇ ਲੈ ਕੇ ਆਇਆ ਮੋਟਰ ਤੇ। ਰਜ਼ੀਆ, ਕੀ ਇਹ? ਹਾਂ ਜਵਾਨ, ਇਹ ਮੇਰਾ ਪੁੱਤ ਹੈ ਧਰਮਾ। ਮੈਂ ਤੈਨੂੰ ਇਹਦੇ ਬਾਰੇ ਆਖ ਰਹੀ ਸੀ। ਯਾ ਮੇਰੇ ਅੱਖ ਖੁਦਾਇਆ। ਬੀਬੀ ਆ ਸਪਾਈ ਕੌਣ ਆ? ਇਹ ਤੇਰਾ ਮਾਮਾ ਹੈ ਪੁੱਤ, ਜਮਾਲ ਮਾਮਾ। ਇਹ ਆਪਾਂ ਨੂੰ ਲੈਣਾ ਹੈ। ਤੂੰ ਜਾਣਾ ਹੈ ਨਾਨਕੇ? ਨਾਨਕੇ? ਹਾਂ ਬੀਬੀ ਮੈਂ ਜਾਣਾ ਨਾਨਕੇ। ਨਹੀਂ ਖਬਰਦਾਰ, ਜੇ ਮੇਰੇ ਪੁੱਤ ਨੇ ਨਾ ਤੁਰਨ ਦੀ ਗੱਲ ਵੀ ਸੋਚੀ ਹੈ ਤਾਂ ਭੇੜਾ ਕਰਕੇ ਲੈ ਆ ਗਿਆ ਮੇਰਾ ਪੁੱਤ। ਕਰ ਲੈ ਪੰਚਾਇਤ ਇਕੱਠੀ। ਉਹ ਬੇਬੇ ਕੋਈ ਨਹੀਂ ਖੜਾ ਗਰੀਬਾਂ ਨਾਲ। ਸਭ ਸਾਲੇ ਸਰਕਾਰੀ ਪਿੱਠੂ ਨੇ, ਕਹਿੰਦੇ ਸਰਕਾਰੀ ਹੁਕਮ ਹੈ, ਹੁਕਮ ਤੂਲੀ ਨਹੀਂ ਕਰ ਸਕਦੇ। ਇਹਨਾਂ ਦਾ ਕੱਖ ਨਾ ਰਹੇ ਬੈਠੀ ਪੀੜੀ ਵਾਲਿਆਂ ਦਾ, ਜਿਹੜੇ ਹੌਸਲਿਆਂ ਦੀ ਮਦਦ ਕਰਦੇ ਨੇ। ਉਹ ਖਬਰਦਾਰ ਭਾਈ, ਜਣ ਹੋਰ ਕੁਛ ਦਵਾ ਬੋਲੀ ਹੈ ਤਾਂ ਚੱਲ ਰਜ਼ੀਆ। ਇਸ ਤੋਂ ਪਹਿਲਾਂ ਕਿ ਮੈਂ ਆ ਜਾ ਪੁੱਤ ਚੱਲੀਏ। ਨਹੀਂ ਮੇਰੇ ਧਰਮ ਤੋਂ ਪਰਾਂ ਰਹਿ। ਉਹ ਤੂੰ ਜਿੱਥੇ ਜਾਣਾ ਜਾ, ਪਰ ਧਰਮਾ ਇੱਥੇ ਨੂੰ ਸਾਡੇ ਕੋਲ। ਪਰ ਮੈਂ ਆਪਣੇ ਧਰਮ ਦੇ ਉੱਤੇ ਛੱਡ ਕੇ ਕਿਵੇਂ ਜਾ ਸਕਦੀ ਹਾਂ? ਨਹੀਂ ਇਹ ਮੇਰਾ ਪੁੱਤ ਹੈ, ਮੇਰਾ ਐ ਤੂੰ ਨੇ ਲਿਜਾ ਵੀ ਕਿਵੇਂ ਸਕਦੀ ਹੈ? ਨਹੀਂ, ਮੈਂ ਆਪਣੇ ਧਰਮ ਦੇ ਉੱਤੇ ਛੱਡ ਕੇ ਹਰ ਕਿਤੇ ਨਹੀਂ ਜਾਣਾ। ਜਮਾਲ ਭਾਈ ਜਾਨ, ਤੁਸੀਂ ਇਹਨਾਂ ਨੂੰ ਨਾ ਤਾਂ ਸਖਤੀ ਦਿਖਾਓ, ਆਪਾਂ ਧਰਮ ਨੂੰ ਵੀ ਨਾਲ ਹੀ ਲੈ ਕੇ ਜਾਣਾ। ਸਰਕਾਰ ਨੇ ਫਿਲਹਾਲ ਤਰੀਮ ਤਾਂ ਲਿਆਉਣ ਦਾ ਹੁਕਮ ਕਰ ਲਿਆ ਰਜ਼ੀਆ। ਬੱਚਿਆਂ ਬਾਰੇ ਸਾਡੇ ਕੋਲ ਕੋਈ ਹੁਕਮ ਨਹੀਂ ਹੈ ਤੇ ਮੈਨੂੰ ਲੱਗਦਾ ਹਕੂਮਤ ਪਾਕਿਸਤਾਨ ਇਸ ਦੀ ਇਜਾਜ਼ਤ ਵੀ ਨਹੀਂ ਦੇਵੇਗੀ। ਹਕੂਮਤ ਕੌਣ ਹੁੰਦੀ ਹੈ ਮੇਰੇ ਪੁੱਤ ਬਾਰੇ ਫੈਸਲਾ ਕਰਨ ਵਾਲੀ? ਇਹ ਤਖਤਾਂ ਦੇ ਫੈਸਲੇ ਰਜ਼ੀਆ, ਜੋ ਹੁਕਮਰਾਨਾਂ ਦੇ ਹੱਕ ਵਿੱਚ ਭੁਗਤਦੇ ਨੇ, ਪਰ ਕੀਮਤ ਸਦਾ ਆਵਾਮ ਨੂੰ ਚੁਕਾਉਣੀ ਪੈਂਦੀ ਹੈ। ਜੇ ਤੂੰ ਆਪਣੇ ਆਪ ਨੂੰ ਪਾਉਣਾ ਹੈ ਨਾ ਤਾਂ ਇਸ ਬੱਚੇ ਨੂੰ ਇੱਥੇ ਛੱਡਣਾ ਪਵੇਗਾ। ਪਹਿਲਾਂ ਧਰਮਾਂ ਦੀ ਸਿਆਸਤ ਨੇ ਮੈਨੂੰ ਮੇਰਾ ਕਬੂਰ ਖੋਲਿਆ, ਹੁਣ ਇਹ ਸਿਆਸਤੀ ਲਕੀਰਾਂ ਮੈਨੂੰ ਮੇਰਾ ਧਰਮ ਖੋਹ ਲੈਣਾ ਚਾਹੁੰਦੀਆਂ ਨੇ। ਨਹੀਂ, ਇਹ ਹਿੰਦੁਸਤਾਨ ਤੇ ਪਾਕਿਸਤਾਨ ਦੇ ਨਹੀਂ, ਮੇਰੇ ਬੱਚੇ ਨੇ, ਇੱਕ ਮਾਂ ਦੇ ਬੱਚੇ ਨੇ। ਮੈਂ ਆਪਣੇ ਇੱਕ ਪੁੱਤ ਲਈ ਆਪਣੇ ਦੂਜੇ ਪੁੱਤ ਨੂੰ ਇੱਥੇ ਛੱਡ ਕੇ ਹਰ ਕਿਤੇ ਨਹੀਂ ਜਾਵਾਂਗੀ। ਮੈਂ ਇੱਥੇ ਹੀ ਰਵਾਂਗੀ ਆਪਣੇ ਧਰਮ ਦੇ ਘਰ ਤੇ। ਬਲਿਕਾ ਕਣਛਾਵਾ ਬੂਟਾ ਬਲਿਕਾ ਕਣਛਾਵਾ ਬੂਟਾ ਮੈਨੂੰ ਜੱਗੀ ਵਿੱਚ ਨਜ਼ਰ ਨਾ ਬਲਿਕਾ ਸਤਨਾ ਕਰ ਰਜ਼ੀਆ, ਮੈਂ ਇਸ ਮਾਮਲੇ ਮਜਬੂਰ ਹਾਂ। ਚੱਲ ਚੱਲੀਏ। ਨਹੀਂ, ਮੈਂ ਆਪਣੇ ਧਰਮ ਦੇ ਉੱਤੇ ਛੱਡ ਕੇ ਹਰ ਕਿਤੇ ਨਹੀਂ ਜਾਣਾ। ਮੈਂ ਇੱਥੇ ਰਹਿਣਾ ਆਪਣੇ ਧਰਮ ਦੇ ਘਰ। ਯਾ ਮੇਰੇ ਮੌਲਾ, ਹੁਣ ਮੈਂ ਕੀ ਕਰਾਂ? ਜਨਾਬ
ਅਸੀਂ ਤੈਨੂੰ ਆਪਣੇ ਨਾਲ ਲਿਆ ਕੇ ਤੇਰੇ ਪੁੱਤ ਨੂੰ ਉੱਥੇ ਬੁਲਾਉਣ ਲਈ ਕਾਗਜ਼ਾਤ ਬਣਾ ਦੇਾਂਗੇ। ਹੁਣ ਤਾਂ ਚੱਲੇਂਗੀ ਨਾ ਮੇਰੇ ਨਾਲ? ਕੀ ਇਸ ਤਰ੍ਹਾਂ ਹੋ ਸਕਦਾ ਹੈ ਜਮਾਲ? हाँ रजिया हाँ इंशाल्लाह जरूर होगा। मैं आप इसलिए पुरजोर कोशिश करांगा। हुकूमत भी इस मामले रहमदिली बरतेगी। बस 2-4 महीने में तेरे दोवें पुत्र तेरे नाल होणगे। 2-4 महीने पर बेटे दे नाल अपने पुੱਤ बिना किवें रह सकदी हां? कबूल बिना पीता 10 साल कड्ढे ने ना रजिया। एक बार तो तैनू तुरना पैना है। बीबी मैं तेरे नाल जाना है। बीबी मैं तेरे नाल जाना है। रोना मत। तेरा जमाल मामा कहना कि बस 2-4 महीने दी गल फिर मैं तैनू भी अपने नाल ही लेके जावांगी। नहीं बीबी मैं हुणे तेरे नाल जाना है। बीबी इतना नहीं। आला बड़ मैं तेनू पैसे देंगी। रोज चीज़ी खा लिया कर। मैं नहीं खानी चीज़ू दूधी मैं तेरे नाल जाना है। बीबी तो पर रजिया क्यों मन खराब कर दिया अपना नाले इस बच्चे दा? रोना मत। जिद ना कर। मेरा सुना मत। बीबी मैं तेरे नाल जाना है। चल रजिया और नहीं पैन पाकिस्तान रजिया बोल अपने पुत कबूल को मेल बना गई है। मैं जगाने को पीता कर दूं।